ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਸਵਾਗਤ ਹੈ ਚੈਨਲ ਵਿੱਚ। ਤੇ ਅੱਜ ਆਪਾਂ ਕਰਾਂਗੇ ਸਿਰਜਣਾ ਇਕਾਂਗੀ ਦਾ ਸਾਰ। ਤੇ ਆਪਾਂ ਇਸ ਨੂੰ ਮਤਲਬ ਸੰਖੇਪ ਵਿੱਚ ਕਰਾਂਗੇ ਕਿ ਪੂਰਾ ਜਿਹੜਾ ਹੈ ਲੈਸਨ ਬਹੁਤ ਲੰਬਾ ਹੈ ਇਹ ਪੂਰੀ ਇਕਾਂਗੀ। ਤੇ ਜਮਾਤ 9ਵੀਂ ਦਾ ਹੈ ਇਹ ਪਾਠ। ਤੇ ਆਓ ਸ਼ੁਰੂ ਕਰਦੇ ਹਾਂ। ਪਾਲੀ ਭੁਪਿੰਦਰ ਸਿੰਘ ਜੀ ਦੁਆਰਾ ਲਿਖਿਆ ਹੋਇਆ ਹੈ। ਸਿਰਜਣਾ ਇਕਾਂਗੀ ਪਾਲੀ ਭੁਪਿੰਦਰ ਸਿੰਘ ਦੁਆਰਾ ਲਿਖੀ ਹੋਈ ਹੈ। ਤੇ ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਜੋ ਕਿ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਭਰੂਣ ਹੱਤਿਆ ਉੱਪਰ ਤਿੱਖਾ ਵਿਅੰਗ ਕੀਤਾ ਹੈ ਅਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਸੇਧ ਪ੍ਰਦਾਨ ਕੀਤੀ ਹੈ। ਇਸ ਇਕਾਂਗੀ ਦਾ ਸੰਖੇਪ ਸਾਰ ਅਸੀਂ ਹੇਠ ਲਿਖਿਆ ਮਤਲਬ ਕਰ ਰਹੇ ਹਾਂ। ਇਕਾਂਗੀ ਦੇ ਸ਼ੁਰੂ ਵਿੱਚ ਸਿਰਜਣਾ ਆਪਣੀ ਸੱਸ ਬੀਜੀ ਨਾਲ ਇੱਕ ਕਲੀਨਿਕ ਵਿੱਚ ਸਕੈਨਿੰਗ ਕਰਾਉਣ ਲਈ ਜਾਂਦੀ ਹੈ। ਸਿਰਜਣਾ ਦੇ ਪਹਿਲਾਂ ਵੀ ਇੱਕ ਲੜਕੀ ਹੈ ਤੇ ਦੂਸਰਾ ਹੋਣ ਵਾਲਾ ਬੱਚਾ ਕੁੜੀ ਹੈ ਜਾਂ ਮੁੰਡਾ। ਇਸ ਦਾ ਚੈੱਕਅਪ ਕਰਵਾਉਣ ਲਈ ਸਿਰਜਣਾ ਦੀ ਸੱਸ ਉਸਨੂੰ ਕਲੀਨਿਕ ਵਿੱਚ ਲੈ ਕੇ ਆਉਂਦੀ ਹੈ। ਬੀਜੀ ਦੇ ਪੁੱਛਣ ਤੇ ਹਸਪਤਾਲ ਵਿੱਚ ਸਫਾਈ ਕਰਮਚਾਰੀ ਮਾਸੀ ਉਸਨੂੰ ਦੱਸਦੀ ਹੈ ਕਿ ਡਾਕਟਰ ਸਾਹਿਬ ਆਪਰੇਸ਼ਨ ਥੀਏਟਰ ਵਿੱਚ ਹਨ ਤੇ ਉਹ ਥੋੜੀ ਦੇਰ ਬਾਅਦ ਆ ਜਾਣਗੇ। ਬਾਅਦ ਵਿੱਚ ਇੱਕ ਨਰਸ ਆਣ ਕੇ ਉਹਨਾਂ ਨੂੰ ਆਉਣ ਦਾ ਕਾਰਨ ਪੁੱਛਦੀ ਹੈ ਤਾਂ ਅੱਗੇ ਬੀਜੀ ਕਹਿੰਦੀ ਹੈ ਕਿ ਚੈੱਕ ਕਰਵਾਉਣ ਤੋਂ ਬਾਅਦ ਜੇਕਰ ਅੱਗੇ ਵੀ ਲੋੜ ਪਈ ਤਾਂ ਉਹ ਕੁਝ ਕਰਨਗੇ। ਸਿਰਜਣਾ ਜਦੋਂ ਆਪਣੀ ਸੱਸ ਦੇ ਮੂੰਹੋਂ ਇਹ ਗੱਲ ਸੁਣਦੀ ਹੈ ਕਿ ਜੇਕਰ ਦੂਜੀ ਵੀ ਕੁੜੀ ਹੋਈ ਤਾਂ ਉਹ ਉਹਨਾਂ ਨੇ ਨਹੀਂ ਰੱਖਣੀ, ਤਾਂ ਉਹ ਕਹਿੰਦੀ ਹੈ ਕਿ ਅਜਿਹਾ ਕਰਨਾ ਪਾਪ ਹੈ। ਬੀਜੀ ਅੱਗੋਂ ਉਸਨੂੰ ਤਾਨਾ ਮਾਰਦੀ ਹੋਈ ਕਹਿੰਦੀ ਹੈ ਕਿ ਪੂਰੇ 40 ਕਿੱਲੇ ਜ਼ਮੀਨ ਅਤੇ ਇੱਕ ਸ਼ੈਲਰ ਉਸਨੇ ਜਾਨ ਮਾਰ ਕੇ ਬਚਾਏ ਹਨ। ਸ਼ਰੀਕਾਂ ਤੋਂ ਇਹਨਾਂ ਨੂੰ ਸੰਭਾਲਣ ਵਾਲਾ ਚਾਹੀਦਾ ਹੈ। ਜਦੋਂ ਸਿਰਜਣਾ ਰੋਣ ਹਾਕੀ ਹੋ ਜਾਂਦੀ ਹੈ ਤਾਂ ਉਸਦੀ ਸੱਸ ਉਸਨੂੰ ਇਹ ਕਹਿ ਕੇ ਦਬਕਾ ਮਾਰਦੀ ਹੈ ਕਿ ਉਹ ਸਕੈਨਿੰਗ ਤਾਂ ਹੋ ਲੈਣ ਦੇਵੇ, ਕੀ ਪਤਾ ਲੋੜ ਹੀ ਨਾ ਪਵੇ। ਸਿਰਜਣਾ ਆਪਣੇ ਪਤੀ ਕੁਲਦੀਪ ਨੂੰ ਫੋਨ ਕਰਦੀ ਹੈ ਤੇ ਦੱਸਦੀ ਹੈ ਕਿ ਬੀਜੀ ਉਸਨੂੰ ਕਲੀਨਿਕ ਉੱਤੇ ਸਕੈਨਿੰਗ ਲਈ ਲੈ ਕੇ ਆਏ ਹਨ। ਅੱਗਿਓਂ ਕੁਲਦੀਪ ਕਹਿੰਦਾ ਹੈ ਕਿ ਦਫ਼ਤਰ ਵਿੱਚ ਜ਼ਰੂਰੀ ਮੀਟਿੰਗ ਚੱਲ ਰਹੀ ਹੈ, ਨਾਲੇ ਜੇ ਬੀਜੀ ਕਹਿ ਰਹੇ ਹੋਣਗੇ ਤਾਂ ਠੀਕ ਹੀ ਕਹਿ ਰਹੇ ਹੋਣਗੇ, ਇਸ ਲਈ ਉਹ ਜਿਸ ਤਰ੍ਹਾਂ ਕਹਿੰਦੇ ਹਨ ਉਸੇ ਤਰ੍ਹਾਂ ਉਹ ਕਰ ਲਵੇ। ਕੁਲਦੀਪ ਦੇ ਫੋਨ ਕੱਟਣ ਤੋਂ ਬਾਅਦ ਸਿਰਜਣਾ ਦੀ ਸੱਸ ਉਸਨੂੰ ਬੁਰਾ ਭਲਾ ਕਹਿੰਦੀ ਹੈ ਤੇ ਸਿਰਜਣਾ ਕਹਿੰਦੀ ਹੈ ਕਿ ਕੁਲਦੀਪ ਉਸਦਾ ਜੀਵਨ ਸਾਥੀ ਹੈ, ਇਹੋ ਜਿਹੇ ਮਾਮਲਿਆਂ ਤੇ ਉਸਦੀ ਸਲਾਹ ਲੈਣੀ ਵੀ ਉਹ ਜ਼ਰੂਰੀ ਸਮਝਦੀ ਹੈ। ਪਰ ਉਸਦੀ ਇਸ ਗੱਲ ਤੇ ਉਸਦੀ ਸੱਸ ਉਸਨੂੰ ਅਵਾ ਤਵਾ ਬੋਲਦੀ ਹੈ। ਸਿਰਜਣਾ ਆਪਣੀ ਸੱਸ ਨੂੰ ਪੁੱਛਦੀ ਹੈ ਕਿ ਇਸ ਚੀਜ਼ ਦੀ ਕੀ ਗਰੰਟੀ ਹੈ ਕਿ ਅਗਲੀ ਵਾਰ ਮੁੰਡਾ ਹੀ ਹੋ, ਜੇਕਰ ਫਿਰ ਕੁੜੀ ਹੋ ਗਈ ਤਾਂ ਉਹ ਫਿਰ ਕੀ ਕਰੇਗੀ। ਉਸਦੀ ਸੱਸ ਕਹਿੰਦੀ ਹੈ ਕਿ ਫਿਰ ਦੇਖੀ ਜਾਊਗੀ। ਬੀਜੀ ਕਹਿੰਦੀ ਹੈ ਕਿ ਉਸਨੂੰ ਜ਼ਮੀਨ ਜਾਇਦਾਦ ਦਾ ਵਾਰਸ ਚਾਹੀਦਾ ਹੈ, ਪਰ ਜੇਕਰ ਉਸਨੂੰ ਧੀਆਂ ਦਾ ਸ਼ੌਕ ਹੈ ਤਾਂ ਉਹ ਹੋਰ ਘਰ ਦੇਖ ਲਵੇ, ਕੋਈ ਹੋਰ ਘਰ ਦੇਖ ਲਵੇ, ਮਤਲਬ ਕਿ ਉੱਥੋਂ ਚਲੀ ਜਾਵੇ ਜੇ ਉਸਨੂੰ ਮਤਲਬ ਕੁੜੀਆਂ ਹੀ ਚਾਹੀਦੀਆਂ ਹਨ। ਤੇ ਉਹ ਸਿਰਜਣਾ ਨੂੰ ਇੱਥੇ ਤੱਕ ਕਹਿ ਦਿੰਦੀ ਹੈ ਕਿ ਜੇਕਰ ਉਸਨੂੰ ਲੱਗਦਾ ਹੈ ਕਿ ਉਸਦਾ ਪਤੀ ਉਸਦੇ ਵੱਲ ਦੀ ਗੱਲ ਕਰੇਗਾ ਤਾਂ ਬੇਸ਼ੱਕ ਉਹ ਉਸਨੂੰ ਵੀ ਨਾਲ ਹੀ ਲੈ ਜਾਵੇ, ਮਤਲਬ ਕਿ ਉਸਦੇ ਪਤੀ ਨੂੰ ਵੀ ਉਹ ਨਾਲ ਹੀ ਲੈ ਜਾਵੇ ਜੇ ਉਹ ਉਸਦੇ ਕਹਿਣ ਵਿੱਚ ਜਾ ਰਿਹਾ ਹੈ। ਜ਼ਮੀਨ ਜਾਇਦਾਦ ਉਸਨੂੰ ਗੁਰਦੁਆਰੇ ਮੰਦਿਰ ਦੇ ਨਾਂ ਲਾਉਣੀ ਮਨਜ਼ੂਰ ਹੈ, ਪਰ ਉਹ ਜਾਇਦਾਦ ਦਾਜ ਵਿੱਚ ਵੰਡਣ ਲਈ ਤਿਆਰ ਨਹੀਂ। ਬੀਜੀ ਸਿਰਜਣਾ ਨੂੰ ਕਹਿੰਦੀ ਹੈ ਕਿ ਉਹ ਉਸਦੇ ਘਰ ਰਹਿ ਕੇ ਇੱਕ ਹੋਰ ਪੱਥਰ ਨਹੀਂ ਜੰਮ ਸਕਦੀ। ਕੁੜੀ ਨੂੰ ਪੱਥਰ ਕਹਿੰਦੀ ਹੈ ਉਹ, ਵੀ ਮਤਲਬ ਜੇ ਕੁੜੀ ਹੋ ਗਈ ਤਾਂ ਇੱਕ ਹੋਰ ਪੱਥਰ ਉਸਦੇ ਘਰ ਵਿੱਚ ਆ ਜਾਏਗਾ। ਜਦੋਂ ਡਾਕਟਰ ਆਉਂਦੀ ਹੈ ਤਾਂ ਉਡੀਕ ਕਰਨ ਲਈ ਸਿਰਜਣਾ ਕੋਲੋਂ ਖਿਮਾ ਮੰਗਦੀ ਹੋਈ ਕਹਿੰਦੀ ਹੈ ਕਿ ਤੁਸੀਂ ਪੜ੍ਹੇ ਲਿਖੇ ਲੋਕ ਵੀ ਜੇਕਰ ਇਸ ਤਰ੍ਹਾਂ ਮੁੰਡੇ ਕੁੜੀਆਂ ਦਾ ਫਰਕ ਕਰਨ ਲੱਗ ਪਏ ਤਾਂ ਇਸ ਸੁਸਾਇਟੀ ਦਾ ਕੀ ਬਣੇਗਾ। ਸਿਰਜਣਾ ਡਾਕਟਰ ਨੂੰ ਕਹਿੰਦੀ ਹੈ ਕਿ ਉਹ ਵੀ ਤਾਂ ਪੜ੍ਹੀ ਲਿਖੀ ਹੈ, ਉਹ ਲੋਕਾਂ ਨੂੰ ਸਮਝਾ ਸਕਦੀ ਹੈ, ਪਰ ਡਾਕਟਰ ਸਿਰਜਣਾ ਨੂੰ ਕਹਿੰਦੀ ਹੈ ਕਿ ਅਨਪੜ੍ਹ ਲੋਕ ਤਾਂ ਸੋਚਦੇ ਵੀ ਨਹੀਂ ਅਜਿਹੇ ਕੰਮ ਕਰਾਉਣ ਲੱਗਿਆ, ਜਦ ਕਿ ਪੜ੍ਹੇ ਲਿਖੇ ਲੋਕ ਤਾਂ ਬਹੁਤ ਨੇ, ਪਰ ਪਤਾ ਨਹੀਂ ਉਹ ਮਜਬੂਰ ਕਿਉਂ ਹੁੰਦੇ ਹਨ। ਸਿਰਜਣਾ ਦਜਿੱਤੀ ਵਿੱਚ ਪਈ ਹੋਈ ਇੱਕ ਵਾਰੀ ਫਿਰ ਕੁਲਦੀਪ ਨੂੰ ਫੋਨ ਕਰਦੀ ਹੈ। ਕੁਲਦੀਪ ਵੱਲੋਂ ਰਿਜ਼ਲਟ ਪੁੱਛਣ ਤੇ ਉਹ ਕਹਿੰਦੀ ਹੈ ਕਿ ਬੀਜੀ ਜੋ ਕਰ ਰਹੇ ਹਨ ਉਸਨੂੰ ਲੱਗਦਾ ਹੈ ਕਿ ਉਹ ਸਭ ਗਲਤ ਹੈ, ਪਰ ਕੁਲਦੀਪ ਉਸਨੂੰ ਇਹ ਗੱਲ ਕਹਿ ਕੇ ਖ਼ਤਮ ਕਰ ਦਿੰਦਾ ਹੈ ਕਿ ਬੀਜੀ ਉਸ ਨਾਲੋਂ ਵਧੇਰੇ ਜਾਣਦੇ ਹਨ ਕਿ ਕਿਹੜੀ ਚੀਜ਼ ਠੀਕ ਹੈ ਤੇ ਕਿਹੜੀ ਗਲਤ। ਸਿਰਜਣਾ ਸੋਚਦੀ ਹੈ
ਕਿ ਇਹ ਜੋ ਕੁਝ ਵਾਪਰ ਰਿਹਾ ਹੈ ਉਸ ਦੇ ਅੰਦਰ ਦੀ ਦੁਨੀਆ ਵਿੱਚ ਵਾਪਰ ਰਿਹਾ ਹੈ। ਉਸ ਦੀ ਕੁੱਖ ਵਿੱਚ ਜਦੋਂ ਨਵੀਂ ਕਰੁੰਬਲ ਫੁੱਟੀ ਸੀ ਤਾਂ ਉਸ ਨੂੰ ਕਿੰਨਾ ਚਾਅ ਚੜਿਆ ਸੀ ਤੇ ਕਿੰਨਾ ਚੰਗਾ ਲੱਗ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਹ ਕੋਈ ਸਿਰਜਣਾ ਕਰ ਰਹੀ ਹੋਏ। ਕਿਸੇ ਨਾਲੋਂ ਦੁਨੀਆ ਵਿੱਚ ਆਉਣ ਦਾ ਹੱਕ ਖੋਹ ਲੈਣਾ, ਕਿਸੇ ਕੋਲੋਂ ਮਤਲਬ ਖੋਹ ਲੈਣਾ ਸਿਰਫ ਇਸ ਕਰਕੇ ਕਿ ਉਹ ਕੁੜੀ ਹੈ, ਇਹ ਕੋਈ ਨਿੱਕੀ ਗੱਲ ਨਹੀਂ। ਕੁਲਦੀਪ ਵੀ ਸਿਰਜਣਾ ਨੂੰ ਅੰਤ ਵਿੱਚ ਇਹੀ ਗੱਲ ਕਹਿੰਦਾ ਹੈ ਕਿ ਉਹ ਇਹ ਸਭ ਸਮਝਦਾ ਹੈ ਕਿ ਇਹ ਠੀਕ ਨਹੀਂ, ਪਰ ਇਹ ਪ੍ਰਾਪਰਟੀ ਕਲਚਰ ਹੈ। ਉਹ ਸਿਰਜਣਾ ਨੂੰ ਉਸੇ ਹੀ ਤਰ੍ਹਾਂ ਕਰਨ ਨੂੰ ਕਹਿੰਦਾ ਹੈ ਜਿਵੇਂ ਉਸਦੀ ਮਾਂ ਕਹਿੰਦੀ ਹੈ। ਸਫਾਈ ਕਰਮਚਾਰੀ ਮਾਸੀ ਵੀ ਸਿਰਜਣਾ ਨੂੰ ਕਹਿੰਦੀ ਹੈ ਕਿ ਉਹਨਾਂ ਦੇ ਵੇਲੇ ਚੰਗੇ ਹੁੰਦੇ ਸਨ, ਕਿਉਂਕਿ ਉਸ ਵਕਤ ਇਹ ਨਾਮੁਰਾਦ ਮਸ਼ੀਨਾਂ ਨਹੀਂ ਹੁੰਦੀਆਂ ਸਨ। ਔਖੇ ਸੌਖੇ ਹੋ ਕੇ ਮਾਪੇ ਧੀਆਂ ਨੂੰ ਪਾਲ ਹੀ ਲੈਂਦੇ ਸਨ। ਸਿਰਜਣਾ ਮਾਸੀ ਨੂੰ ਕਹਿੰਦੀ ਹੈ ਕਿ ਉਸਨੂੰ ਆਪਣੇ ਸੀਨੇ ਅੰਦਰੋਂ ਇੱਕ ਹੋਰ ਦਿਲ ਧੜਕਣ ਦੀ ਆਵਾਜ਼ ਸੁਣਾਈ ਦਿੰਦੀ ਹੈ, ਕੋਈ ਨਿੱਕੇ ਨਿੱਕੇ ਹੱਥਾਂ ਨਾਲ ਉਸਨੂੰ ਛੂ ਰਿਹਾ ਹੈ। ਸਿਰਜਣਾ ਡਾਕਟਰ ਨੂੰ ਕਹਿੰਦੀ ਹੈ ਕਿ ਉਹ ਅਜਿਹਾ ਨਹੀਂ ਕਰ ਸਕਦੀ, ਪਰ ਉਸਦੀ ਸੱਸ ਆਪਣੀ ਜਿੱਦ ਉੱਤੇ ਕਾਇਮ ਰਹਿੰਦੀ ਹੈ ਕਿ ਉਹ ਇਹ ਟੈਸਟ ਜ਼ਰੂਰ ਕਰਵਾਏਗੀ। ਉਸਦੀ ਸੱਸ ਉਸਨੂੰ ਬੁਰਾ ਭਲਾ ਵੀ ਬੋਲਦੀ ਹੈ, ਉਸਨੂੰ ਟੁੱਟਾ ਭੱਜਾ ਦਾਜ ਲਿਆਉਣ ਦਾ ਤਾਨਾ ਦਿੰਦੀ ਹੈ ਅਤੇ ਉਸਨੂੰ ਇਹ ਵੀ ਕਹਿੰਦੀ ਹੈ ਕਿ ਜੇਕਰ ਉਸਨੂੰ ਆਪਣੀ ਤਨਖਾਹ ਦਾ ਗੁਮਾਨ ਹੈ ਤਾਂ ਇਸ ਨਾਲ ਤਾਂ ਘਰ ਦੇ ਨੌਕਰਾਂ ਤੇ ਡਰਾਈਵਰਾਂ ਦੀ ਤਨਖਾਹ ਤੱਕ ਨਹੀਂ ਨਿਕਲਦੀ। ਬੀਜੀ ਸਿਰਜਣਾ ਨੂੰ ਕਹਿੰਦੀ ਹੈ ਕਿ ਜੇਕਰ ਉਸ ਨੇ ਧੀ ਜੰਮਣੀ ਹੈ ਤਾਂ ਉਹ ਆਪਣੇ ਪਿਓ ਦੇ ਘਰ ਚਲੀ ਜਾਵੇ, ਅਤੇ ਜੇਕਰ ਉਸਦੇ ਘਰ ਵਿੱਚ ਰਹਿਣਾ ਹੈ ਤਾਂ ਉਹ ਕਹੇ ਅਨੁਸਾਰ ਹੀ ਉਸਨੂੰ ਚੱਲਣਾ ਪਏਗਾ। ਸਿਰਜਣਾ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਉਸਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸਦੀ ਹੋਂਦ ਦਾ ਕੋਈ ਮੁੱਲ ਨਹੀਂ ਹੈ। ਉਹ ਕਹਿੰਦੀ ਹੈ ਕਿ ਉਹ ਇਸ ਕਾਬਿਲ ਹੈ ਕਿ ਉਹ ਆਪਣੇ ਆਪ ਸਮੇਤ ਆਪਣੀਆਂ 2 ਧੀਆਂ ਨੂੰ ਵੀ ਪਾਲ ਸਕੇ। ਜਦੋਂ ਸਿਰਜਣਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਣ ਲੱਗਦੀ ਹੈ ਤਾਂ ਆਪਣੇ ਪਤੀ ਕੁਲਦੀਪ ਨੂੰ ਦੇਖਦੀ ਹੈ। ਬੀਜੀ ਇਹ ਦੇਖ ਕੇ ਖੁਸ਼ ਹੁੰਦੀ ਹੈ ਕਿ ਹੁਣ ਉਸਦਾ ਪੁੱਤ ਆ ਗਿਆ ਹੈ। ਉਹ ਸਿਰਜਣਾ ਦੀ ਸ਼ਿਕਾਇਤ ਆਪਣੇ ਪੁੱਤਰ ਅੱਗੇ ਲਗਾਉਂਦੀ ਹੈ ਕਿ ਉਸਨੂੰ ਅੱਜ ਲੋਕਾਂ ਸਾਹਮਣੇ ਉਹਦਾ ਜਲੂਸ ਕੱਢਿਆ ਹੈ, ਪਰ ਕੁਲਦੀਪ ਸਿਰਜਣਾ ਪਾਸੋਂ ਇਸ ਗੱਲ ਦੀ ਮੁਆਫੀ ਮੰਗਦਾ ਹੈ ਕਿ ਜੋ ਫੈਸਲਾ ਸਿਰਜਣਾ ਨੇ ਕੀਤਾ ਹੈ ਉਹ ਉਸਨੂੰ ਕਰਨਾ ਚਾਹੀਦਾ ਸੀ। ਉਹ ਖੁਸ਼ੀ ਮਹਿਸੂਸ ਕਰਦਾ ਹੋਇਆ ਕਹਿੰਦਾ ਹੈ ਕਿ ਉਸਨੂੰ ਇਸ ਗੱਲ ਦਾ ਮਾਣ ਹੈ ਕਿ ਸਿਰਜਣਾ ਉਸਦੀ ਜੀਵਨ ਸਾਥਣ ਹੈ, ਇੱਕ ਆਮ ਔਰਤ ਨਹੀਂ ਹੈ। ਠੀਕ ਹੈ ਜੀ। ਕੁਲਦੀਪ ਆਪਣੀ ਬੀਜੀ ਨੂੰ ਕਹਿੰਦਾ ਹੈ ਕਿ ਸਿਰਜਣਾ ਸਕੈਨਿੰਗ ਨਹੀਂ ਕਰਵਾਏਗੀ, ਕਿਉਂਕਿ ਬੱਚਾ ਜਿਹੜਾ ਵੀ ਹੋਏਗਾ ਉਹ ਉਸਨੂੰ ਰੱਖਣ ਜਾ ਰਹੇ ਹਨ। ਬੀਜੀ ਦੇਖਦੀ ਰਹਿ ਜਾਂਦੀ ਹੈ ਜਦ ਕਿ ਮਾਸੀ ਖੁਸ਼ੀ ਮਹਿਸੂਸ ਕਰਦੀ ਹੈ। ਤਾਂ ਬੱਚਿਓ, ਇਹ ਸੀ ਆਪਣਾ ਪਾਠ ਸਿਰਜਣਾ, ਜੋ ਕਿ ਇੱਕ ਇਕਾਂਗੀ ਹੈ ਔਰ ਭਰੂਣ ਹੱਤਿਆ ਦੇ ਉੱਪਰ ਮਤਲਬ ਆਧਾਰਿਤ ਹੈ ਕਿ ਕਿਸ ਤਰ੍ਹਾਂ ਜਿਹੜੇ ਪੁਰਾਣੇ ਪਿੰਡਾਂ ਵਿੱਚ ਪੁਰਾਣੇ ਸਮਿਆਂ ਵਿੱਚ ਲੋਕ ਮਤਲਬ ਕੁੜੀਆਂ ਨੂੰ ਪੈਦਾ ਕਰਨ ਲੱਗੇ ਡਰਦੇ ਸਨ ਤਾਂ ਕਿ ਉਹਨਾਂ ਨੂੰ ਜਿਹੜਾ ਦਾਜ ਹੈ ਉਹ ਨਾ ਦੇਣਾ ਪਵੇ, ਅਤੇ ਉਹਨਾਂ ਨੂੰ ਜਿਉਂਦਿਆਂ ਨੂੰ ਹੀ ਅੰਦਰੋਂ ਹੀ ਮਤਲਬ ਕੁੱਖ ਦੇ ਵਿੱਚ ਹੀ ਮਰਵਾ ਦਿੰਦੇ ਸਨ। ਅਤੇ ਪੜ੍ਹੀ ਲਿਖੀਆਂ ਕੁੜੀਆਂ ਮਤਲਬ ਮਜਬੂਰੀ ਕਾਰਨ ਕੀ ਹੈ ਇਹ ਕੰਮ ਉਹਨਾਂ ਨੂੰ ਕਰਨੇ ਪੈਂਦੇ ਸਨ। ਪਰ ਅੱਜ ਦਾ ਸਮਾਂ ਬਦਲ ਚੁੱਕਿਆ ਹੈ, ਇਹ ਸਾਰਾ ਕੁਝ ਜਿਹੜਾ ਹੈ ਹੁਣ ਬੰਦ ਹੋ ਚੁੱਕਿਆ ਹੈ। ਅਤੇ ਬੱਚਿਓ, ਇਹ ਸੀ ਆਪਣੀ ਇਕਾਂਗੀ। ਜੇ ਤੁਹਾਨੂੰ ਸਮਝ ਆਈ ਹੋਵੇ, ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ, ਸ਼ੇਅਰ ਜ਼ਰੂਰ ਕਰਨਾ ਆਪਣੇ ਹੋਰ ਯਾਰਾਂ ਮਿੱਤਰਾਂ ਨਾਲ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।